ਪੰਜਾਬ ਕਾਂਗਰਸ ਨਾਲ ਜੁੜੀ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਧਮਾਕੇ ਦੀ ਆਸ ਵੀ ਕੀਤੀ ਜਾ ਰਹੀ ਹੈ। ਸੋ ਇਸ ਸੰਬੰਧੀ ਅਸੀਂ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੇ ਚੰਡੀਗੜ੍ਹ ਤੋਂ ਇਸ ਵਕਤ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਸਹਿਯੋਗੀ ਗਗਨਦੀਪ ਹੁਣੀ, ਜੋ ਕਿ ਇਸ ਸੰਬੰਧੀ ਜਾਣਕਾਰੀ ਦੇਣਗੇ। ਸੋ ਗਗਨ ਜੀ, ਬੜੇ ਦੇਰ ਤੋਂ ਜਿਹੜੀ ਉਹ ਚਰਚਾ ਚੱਲ ਰਹੀ ਸੀ ਇਸ ਸੰਬੰਧੀ। ਜਦੋਂ ਚਿੱਠੀ ਲਿਖੀ ਸੀ 40 ਵਿਧਾਇਕਾਂ ਨੇ, ਉਦੋਂ ਤੋਂ ਇਹ ਗੱਲ ਸ਼ੁਰੂ ਹੋ ਰਹੀ ਸੀ ਕਿ ਕੁਝ ਨਾ ਕੁਝ ਹੋ ਸਕਦਾ ਆ। ਸੋ ਇਸ ਵਕਤ ਅੱਧੀ ਰਾਤ ਨੂੰ ਕਿਹੜੀ ਵੱਡੀ ਖਬਰ ਕਾਂਗਰਸ ਦੇ ਖੇਮੇ 'ਚੋਂ ਆ ਰਹੀ ਹੈ? ਬਿਲਕੁਲ ਮਨਦੀਪ, ਜਿਸ ਦਾ ਸਭ ਤੋਂ ਪਹਿਲਾਂ ਟੀਵੀ ਪੰਜਾਬ ਨੇ ਹੀ ਆਪਣੇ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚਾਈ ਸੀ ਕਿ 40 ਬਾਗੀ ਵਿਧਾਇਕਾਂ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਹੈ ਔਰ ਮੰਗ ਰੱਖੀ ਹੈ ਕਿ ਸੀਐਲਪੀ ਦੀ ਬੈਠਕ ਬੁਲਾਈ ਜਾਵੇ। ਹਾਲਾਂਕਿ ਉਸ ਮੰਗ ਦੇ ਵਿੱਚ ਏਦਾਂ ਦੀ ਗੱਲ ਨਹੀਂ ਸੀ ਕਿ ਮੁੱਖ ਮੰਤਰੀ ਨੂੰ ਲਾਇਆ ਜਾਵੇ ਜਾਂ ਮੁੱਖ ਮੰਤਰੀ ਨੂੰ ਬਦਲਿਆ ਜਾਵੇ। ਉਸ ਚਿੱਠੀ ਦੇ ਵਿੱਚ ਇੰਨਾ ਜ਼ਰੂਰ ਲਿਖਿਆ ਗਿਆ ਸੀ ਕਿ ਜਿਹੜੇ 18 ਨਕਾਤੀ ਏਜੰਡੇ ਹੈਗੇ ਨੇ ਉਸ ਦੇ ਉੱਤੇ ਚਰਚਾ ਕੀਤੀ ਜਾਵੇ। ਤਾਂ ਤ੍ਰਿਪਤ ਰਜਿੰਦਰ ਬਾਜਵਾ ਦੇ ਘਰੇ ਬੈਠਕ ਹੁੰਦੀ ਹੈ। ਉਸ ਬੈਠਕ ਦੇ ਵਿੱਚ ਇਹ ਮਤਾ ਪਾਇਆ ਜਾਂਦਾ ਹੈ। ਉਸ ਬੈਠਕ ਦੇ ਵਿੱਚ ਸਲਾਹ ਬਣਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਇਆ ਜਾਵੇ। ਪਰ ਉਸ ਤੋਂ ਬਾਅਦ ਇਹ ਬਾਗੀ ਧੜਾ ਹਰੀਸ਼ ਰਾਵਤ ਨੂੰ ਮਿਲਣ ਵਾਸਤੇ ਦੇਹਰਾਦੂਨ ਜਾਂਦਾ ਹੈ, ਦਿੱਲੀ ਜਾਂਦਾ, ਉੱਥੇ ਸਮਾਂ ਨਹੀਂ ਮਿਲਦਾ। ਤਾਂ ਏਦਾਂ ਜਾਪਦਾ ਕਿ ਜਿਵੇਂ ਇਹ ਬਾਗੀ ਧੜੇ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ। ਪਰ ਇਹ ਬਾਗੀ ਧੜਾ ਚੁੱਪ ਨਹੀਂ ਬੈਠਿਆ। ਇਹਨਾਂ ਦੇ ਵੱਲੋਂ 40 ਵਿਧਾਇਕਾਂ ਨੇ ਇਕੱਠੇ ਹੋ ਕੇ ਇਹ ਚਿੱਠੀ ਲਿਖੀ ਸੀ ਔਰ ਜਦੋਂ ਇਹ ਚਿੱਠੀ ਲਿਖੀ ਔਰ ਜਦੋਂ ਇਹ ਖਬਰਾਂ ਮੀਡੀਆ ਦੇ ਵਿੱਚ ਆਈਆਂ ਔਰ ਮੀਡੀਆ ਦੇ ਵੱਲੋਂ ਜਦੋਂ ਇਸ ਖਬਰ ਨੂੰ ਨਸ਼ਰ ਕੀਤਾ ਗਿਆ, ਟੀਵੀ ਪੰਜਾਬ ਨੇ ਵੀ ਆਪਣੇ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚਾਈ ਔਰ ਪੁਖਤਾ ਸੋਰਸਿਸ ਤੋਂ ਇਹ ਜਾਣਕਾਰੀ ਜਿਹੜੀ ਸੀਗੀ ਸਾਡੇ ਕੋਲ ਸੀ ਕਿ ਇਹ ਚਿੱਠੀ ਜਿਹੜੀ ਲਿਖੀ ਹੋਈ ਹੈ। ਇਸ ਚਿੱਠੀ ਦੇ ਬਾਰੇ ਔਨ ਰਿਕਾਰਡ ਕੋਈ ਵੀ ਵਿਧਾਇਕ ਮੰਤਰੀ ਮੰਨਣ ਨੂੰ ਤਿਆਰ ਨਹੀਂ ਸੀ। ਅੱਜ ਵੀ ਟੀਵੀ ਪੰਜਾਬ ਨੇ ਜਦੋਂ ਤ੍ਰਿਪਤ ਰਜਿੰਦਰ ਬਾਜਵਾ ਨੂੰ ਬਕਾਇਦਾ ਸਵਾਲ ਚਿੱਠੀ ਦਾ ਪੁੱਛਿਆ ਤਾਂ ਉਹ ਸਵਾਲ ਤੋਂ ਭੱਜਦੇ ਹੋਏ ਨਜ਼ਰ ਆਏ। ਕੱਲ ਪ੍ਰਗਟ ਸਿੰਘ ਨੂੰ ਇਹ ਸਵਾਲ ਪੁੱਛਿਆ ਤਾਂ ਆਫ ਦੀ ਰਿਕਾਰਡ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਇਸ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ, ਤੁਸੀਂ ਨੋ ਕਮੈਂਟਾ ਮੇਰਾ ਵਰਜਨ ਜਿਹੜਾ ਹੈ ਉਹ ਚਲਾ ਸਕਦੇ ਹੈਗੇ ਹੋ। ਤਾਂ ਔਨ ਰਿਕਾਰਡ ਕੋਈ ਵੀ ਮੰਤਰੀ ਵਿਧਾਇਕ ਇਸ ਦੇ ਉੱਤੇ ਨਹੀਂ ਬੋਲ ਰਿਹਾ ਸੀ। ਸੁਖਜਿੰਦਰ ਰੰਧਾਵਾ ਨੂੰ ਪੁੱਛਿਆ ਤਾਂ ਉਹ ਪੱਤਰਕਾਰਾਂ ਨੂੰ ਹੀ ਪਾਠ ਪੜਾਉਣ ਲੱਗ ਗਏ। ਪਰ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਸੀਗਾ ਔਰ ਉਸਦੀ ਜਿਹੜੀ ਜਾਗਦੀ ਤਸਵੀਰ ਹੈਗੀ ਆ ਉਹ ਇਸ ਵੇਲੇ ਅੱਧੀ ਰਾਤ ਨੂੰ ਜਿਹੜਾ ਧਮਾਕਾ ਹੈ ਉਹ ਹਰੀਸ਼ ਰਾਵਤ ਦੇ ਟਵੀਟ ਤੋਂ ਸਾਹਮਣੇ ਆਇਆ। ਹਰੀਸ਼ ਰਾਵਤ ਨੇ ਟਵੀਟ ਕਰਕੇ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ। ਉਹਨਾਂ ਨੇ ਟਵੀਟ ਕੀਤਾ ਕਿ AICC ਨੂੰ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਹੈ ਵੱਡੀ ਗਿਣਤੀ ਦੇ ਵਿੱਚ MLAs ਦੀ ਮਿਲੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ CLP ਦੀ ਮੀਟਿੰਗ ਜਿਹੜੀ ਹੈ ਉਹ ਬੁਲਾਈ ਜਾਵੇ ਔਰ ਜਿਸ ਨੂੰ ਦੇਖਦਿਆਂ ਹੋਇਆ ਕੱਲ ਸ਼ਾਮੀ 5 ਵਜੇ ਪੰਜਾਬ ਕਾਂਗਰਸ ਭਵਨ ਦੇ ਵਿੱਚ ਇਹ ਬੈਠਕ ਬੁਲਾਈ ਜਾ ਰਹੀ ਹੈ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਆਫਿਸ ਨੂੰ ਇਹ ਡਾਇਰੈਕਸ਼ਨਸ ਦਿੱਤੀਆਂ ਨੇ AICC ਨੇ ਕਿ ਇਸ CLP ਦੀ ਮੀਟਿੰਗ ਨੂੰ ਫੈਸਿਲਿਟੇਟ ਕੀਤਾ ਜਾਵੇ, ਯਾਨੀ ਕਿ ਉਸ ਮੀਟਿੰਗ ਨੂੰ ਰੱਖਿਆ ਜਾਵੇ। ਤਾਂ 5 ਵਜੇ ਦਾ ਜਿਹੜਾ ਮੀਟਿੰਗ ਦਾ ਸਮਾਂ ਹੈ ਉਹ ਦਿੱਤਾ ਗਿਆ ਔਰ ਉਸ ਤੋਂ ਬਾਅਦ ਕੁਝ ਹੀ ਦੇਰ ਬਾਅਦ ਨਵਜੋਤ ਸਿੰਘ ਸਿੱਧੂ ਵੀ ਰੀਟਵੀਟ ਕਰ ਦਿੰਦੇ ਨੇ। ਨਵਜੋਤ ਸਿੰਘ ਸਿੱਧੂ ਵੀ ਟਵੀਟ ਕਰਦੇ ਨੇ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਇਹੀ ਲਿਖਿਆ ਜਾਂਦਾ ਹੈ ਕਿ AICC ਦੀ ਡਾਇਰੈਕਸ਼ਨਸ ਦੇ ਆਧਾਰ ਦੇ ਉੱਤੇ, ਕਿਉਂਕਿ ਨਵਜੋਤ ਸਿੰਘ ਸਿੱਧੂ ਹੁਣ PPCC ਪ੍ਰਧਾਨ ਨੇ, ਤਾਂ PPCC ਦੇ ਵਿੱਚ ਜੇਕਰ ਕੋਈ ਸਮਾਗਮ ਹੋਣਾ, ਜੇਕਰ ਕੋਈ ਮੀਟਿੰਗ ਹੋਣੀ ਹੈ, ਉਹ ਨਵਜੋਤ ਸਿੰਘ ਸਿੱਧੂ ਦਾ ਪ੍ਰੈਰੋਗੇਟਿਵ ਬਣ ਜਾਂਦਾ ਹੈ। ਤਾਂ ਨਵਜੋਤ ਸਿੰਘ ਸਿੱਧੂ ਨੇ ਵੀ ਨਾਲ ਦੀ ਨਾਲ ਰੀਟਵੀਟ ਕਰਦਿਆਂ ਹੋਇਆ ਸੱਦਾ ਜਿਹੜਾ ਹੈਗਾ ਉਹ ਸਾਰੇ ਪਾਰਟੀ ਦੇ MLAs ਨੂੰ ਪਹੁੰਚਾ ਦਿੱਤਾ ਕਿ ਕੱਲ ਦੀ ਜਿਹੜੀ 5 ਵਜੇ ਦੀ CLP ਦੀ ਮੀਟਿੰਗ ਹੈ ਉਸ ਦੇ ਵਿੱਚ ਪਹੁੰਚਿਆ ਜਾਵੇ। ਤਾਂ ਮਨਦੀਪ ਜੀ, ਇਸ ਵੇਲੇ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਜੋ ਧਮਾਕਾ ਇਸ ਵੇ ਰਾਤ ਨੂੰ ਹੋਇਆ, ਕਿਉਂਕਿ ਚਰਚਾ ਸੀਗੀ ਇਹ ਸ਼ਾਮ ਤੱਕ ਇਹ ਚਰਚਾ ਸੀਗੀ ਔਰ ਜੋ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਸੀਗੀ ਕਿ ਕਾਂਗਰਸ ਦੇ ਵਿੱਚ ਕੁਛ ਨਾ ਕੁਛ ਤਾਂ ਵੱਡਾ ਹੋ ਸਕਦਾ ਹੈ, ਹਿਲਜੁਲ ਹੋਣ ਦੇ ਆਸਾਰ ਸੀ। ਸਾਡੇ ਕੋਲ ਇਹ ਵੀ ਜਾਣਕਾਰੀ ਸੀ ਕਿ ਜਿਹੜੇ 2 ਆਬਜ਼ਰਵਰ ਲਾਉਣ ਦੀ ਗੱਲ ਕੀਤੀ ਗਈ ਸੀ, ਉਹ ਆਬਜ਼ਰਵਰ ਪੰਜਾਬ ਲਈ ਰਵਾਨਾ ਵੀ ਹੋ ਰਹੇ ਸੀ, ਪਰ ਫਿਰ ਕਿਸੇ ਕਾਰਨਾਂ ਕਰਕੇ ਉਹ ਰੁਕ ਗਏ ਸਨ। ਔਰ ਹੁਣ ਜੋ ਜਾਣਕਾਰੀ ਆ ਰਹੀ ਹੈ ਕੱਲ ਦੀ ਇਸ CLP ਦੀ ਮੀਟਿੰਗ ਦੇ ਵਿੱਚ ਹਰੀਸ਼ ਰਾਵਤ ਜਿੱਥੇ ਹੋਣਗੇ ਉਹਨਾਂ ਦੇ ਨਾਲ 2 ਆਬਜ਼ਰਵਰ ਵੀ ਹੋ ਸਕਦੇ ਨੇ ਔਰ ਉਹਨਾਂ ਆਬਜ਼ਰਵਰਸ ਦੇ ਵਿੱਚ ਜਿਹੜਾ ਪੁਖਤਾ ਤੌਰ ਦੇ ਉੱਤੇ ਨਾਮ ਸਾਹਮਣੇ ਆ ਰਿਹਾ ਉਹ ਨਾਮ ਆ ਰਿਹਾ ਹੈਗਾ ਹਰੀਸ਼ ਚੌਧਰੀ ਦਾ ਔਰ ਦੂਸਰੇ ਪਾਸੇ ਅਜੇ ਮਾਕਨ ਜਾਂ ਫਿਰ ਮਲਿਕਾਰਜੁਨ ਖੜਗੇ, ਜਿਨ੍ਹਾਂ ਨੂੰ 3 ਮੈਂਬਰੀ ਕਮੇਟੀ ਦੇ ਵਿੱਚ ਵੀ ਪਾਇਆ ਗਿਆ ਸੀਗਾ। ਤਾਂ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਵਿਅਕਤੀ ਜਿਹੜਾ ਹੈਗਾ ਆਬਜ਼ਰਵਰ ਦੇ ਤੌਰ ਦੇ ਉੱਤੇ ਕੱਲ ਦੀ ਮੀਟਿੰਗ ਦੇ ਵਿੱਚ ਹਿੱਸਾ ਲਊਗਾ। ਹਰੀਸ਼ ਚੌਧਰੀ ਦਾ ਤੈਅ ਲਗਭਗ ਮੰਨਿਆ ਜਾ ਰਿਹਾ ਕਿ ਉਹ ਪਹੁੰਚ ਰਹੇ ਨੇ ਆਬਜ਼ਰਵਰ ਦੇ ਤੌਰ ਦੇ ਉੱਤੇ, ਪਰ ਨਾਲ ਅਜੇ ਮਾਕਨ ਆਉਂਦੇ ਨੇ ਜਾਂ ਮਲਿਕਾਰਜੁਨ ਖੜਗੇ ਆਉਂਦੇ ਨੇ, ਇਸ ਦੇ ਉੱਤੇ ਅਜੇ ਵੀ ਸਸਪੈਂਸ ਬਰਕਰਾਰ ਹੈ। ਪਰ ਕੱਲ ਦਾ ਦਿਨ ਕਾਂਗਰਸ ਵਾਸਤੇ ਬੇहद ਅਹਿਮ ਹੋਣ ਜਾ ਰਿਹਾ ਹੈ। ਕੱਲ ਜਦੋਂ 18 ਨਕਾਤੀ ਏਜੰਡੇ ਦੇ ਉੱਤੇ ਚਰਚਾ ਹੋਊਗੀ, ਜਦੋਂ ਮੁੱਦਿਆਂ ਦੇ ਉੱਤੇ ਚਰਚਾ ਹੋਊਗੀ ਤਾਂ ਕੀ ਸਵਾਲ ਖੜੇ ਹੋਣਗੇ। ਜੇ CLP ਦੀ ਮੀਟਿੰਗ ਬੁਲਾਈ ਗਈ ਹੈ, ਹਾਲਾਂਕਿ CLP ਦੇ ਜਿਹੜੇ ਮੁਖੀ ਨੇ ਉਹ ਤਾਂ ਕੈਪਟਨ ਅਮਰਿੰਦਰ ਸਿੰਘ ਨੇ, ਪਰ ਇਹ ਵੀ ਸਵਾਲ ਹੋਣਗੇ ਕਿ ਤੁਸੀਂ ਇਹਨਾਂ ਨੂੰ ਮੁਖੀ ਮੰਨਦੇ ਹੋ ਜਾਂ ਨਹੀਂ ਮੰਨਦੇ। ਬਿਲਕੁਲ ਗਗਨ, ਮੇਰਾ ਇਹੀ ਸਵਾਲ ਸੀ ਕਿਉਂਕਿ ਆਮ ਤੌਰ ਤੇ ਵਿਧਾਇਕ ਦਲ ਦੀ ਮੀਟਿੰਗ ਜਿਹੜੀ ਆ ਉਹ ਇਸੇ ਕਰਕੇ ਸੱਦੀ ਜਾਂਦੀ ਆ ਕਿਉਂਕਿ ਜਦੋਂ ਆਮ ਤੌਰ ਤੇ ਅਸੀਂ ਉਹਦੇ ਬਹੁਤਾ ਸੁਣਦੇ ਆ ਜਦੋਂ ਚੋਣਾਂ ਤੋਂ ਬਾਅਦ ਆਪਣਾ ਲੀਡਰ ਚੁਣਨਾ ਹੁੰਦਾ। ਸੋ ਕੱਲ ਦੇ ਇੱਕ ਤਾਂ ਤੁਸੀਂ ਸੰਕੇਤ ਦਿੱਤੇ ਆ ਕਿ ਜਿਹੜੇ 18 ਨਕਾਤੀ ਪ੍ਰੋਗਰਾਮ ਤੇ ਚਰਚਾ ਤਾਂ ਹੋਣੀ ਆ, ਪਰ ਇਸ ਤੋਂ ਇਲਾਵਾ ਜਿਹੜੀ ਚਰਚਾ ਇਹ ਚੱਲ ਰਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਿਆ ਜਾ ਸਕਦਾ ਆ
ਪਹਿਲਾਂ ਜਦੋਂ ਇਹ ਮੰਗ ਉੱਠੀ ਸੀ ਉਦੋਂ ਕੁਝ ਇੰਨਾ ਹਾਈ ਕਮਾਂਡ ਵੱਲੋਂ ਰਿਐਕਟ ਨਹੀਂ ਕੀਤਾ ਗਿਆ ਸੀ, ਇੱਥੋਂ ਤੱਕ ਕਿ ਸਮਾਂ ਵੀ ਨਹੀਂ ਦਿੱਤਾ ਗਿਆ ਸੀ ਮਿਲਣ ਲਈ। ਦਿੱਲੀੋਂ ਉਹੀ ਘੁੰਮ ਫਿਰ ਕੇ ਮੰਤਰੀ ਆ ਗਿਆ ਸੀ, ਪਰ ਇਸ ਵਾਰ ਬੜੀ ਜਲਦੀ ਸਾਰਾ ਕੁਝ ਹੋ ਰਿਹਾ। ਸੋ ਇਹ ਕੀ ਸੰਕੇਤ ਦਿੱਤੇ ਜਾ ਰਹੇ ਇਸ ਵਕਤ ਕਿ ਹਾਈ ਕਮਾਂਡ ਇਸ ਵਕਤ ਕੁਝ ਕਰਨਾ ਚਾਹੁੰਦਾ ਆ ਜਾਂ ਫਿਰ ਇਹਨਾਂ 40 ਵਿਧਾਇਕਾਂ ਦਾ ਕੋਈ ਦਬਾਅ ਆ? ਬਿਲਕੁਲ ਮਨਦੀਪ ਜੀ, ਬਿਲਕੁਲ ਹਾਈ ਕਮਾਂਡ ਦੇ ਹੀ ਦਬਾਅ ਦੇ ਤਹਿਤ ਇਹ ਸਭ ਕੁਝ ਕਰਵਾਇਆ ਜਾ ਰਿਹਾ ਹੈ। ਇਹ ਸਾਰੀ ਕਾਰਵਾਈ ਹੋ ਰਹੀ ਹੈਗੀ ਹੈ ਕਿਉਂਕਿ ਕਮਾਂਡ ਹਮੇਸ਼ਾ ਆਪਾਂ ਵੇਖਿਆ ਕਾਂਗਰਸ ਦੇ ਵਿੱਚ ਇਹ ਕਲਚਰ ਰਿਹਾ ਹੈ ਕਿ ਦੋ ਧੜਿਆਂ ਨੂੰ ਹਮੇਸ਼ਾ ਨਾਲ ਲੈ ਕੇ ਚੱਲਦੀ ਹੈਗੀ ਹੈ। ਦੋ ਧੜੇ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਹਮੇਸ਼ਾ ਰਹਿੰਦੇ ਨੇ। ਫਿਰ ਉਹ ਅਸੀਂ ਰਾਜਸਥਾਨ ਦੀ ਗੱਲ ਕਰ ਲਈ, ਛੱਤੀਸਗੜ੍ਹ ਦੀ ਗੱਲ ਕਰ ਲਈ ਤਾਂ ਉੱਥੇ ਦੇ ਕਲੇਸ਼ ਦਾ ਵੀ ਜਿਹੜਾ ਹੈਗਾ ਉਹ ਸਭ ਦੇ ਸਾਹਮਣੇ ਤਸਵੀਰ ਹੈਗੀ ਹੈ। ਪੰਜਾਬ ਦੀ ਵੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਵੀ ਉਸੇ ਤਰੀਕੇ ਨਾਲ ਦੋ ਧੜਿਆਂ ਨੂੰ ਲੈ ਕੇ ਹਾਈ ਕਮਾਂਡ ਚੱਲਣਾ ਚਾਹੁੰਦੀ ਹੈ। ਇੱਕ ਧੜਾ ਕੋਈ ਹਾਵੀ ਨਾ ਹੋਵੇ ਤਾਂ ਇਸ ਦੇ ਲਈ ਦੂਸਰਾ ਧੜਾ ਪੈਰਲਲ ਖੜਾ ਕੀਤਾ ਜਾਂਦਾ ਹੈ। ਔਰ ਜਿਸ ਤਰੀਕੇ ਨਾਲ ਤ੍ਰਿਪਤਰਿੰਦਰ ਬਾਜਵਾ ਦੇ ਵੀ ਘਰ ਬੈਠਕ ਹੋਈ ਸੀ, ਔਰ ਜਦੋਂ ਬੈਠਕ ਹੁੰਦੀ ਹੈ ਉਸ ਤੋਂ ਬਾਅਦ ਪਹਿਲਾਂ ਆ ਕੇ ਜੋ ਬਿਆਨਬਾਜ਼ੀ ਦਿੱਤੀ ਜਾਂਦੀ ਹੈਗੀ ਹੈ ਉਹ ਬੜੀ ਠੰਡੇ ਸੁਭਾਅ ਦੇ ਵਿੱਚ ਦਿੱਤੀ ਜਾਂਦੀ ਹੈ। ਮੰਤਰੀ ਅੰਦਰ ਚਲੇ ਜਾਂਦੇ ਨੇ, ਥੋੜੀ ਦੇਰ ਬਾਅਦ ਫਿਰ ਬਾਹਰ ਆਉਂਦੇ ਨੇ, ਐਗਰੈਸ਼ਨ ਦੇ ਵਿੱਚ ਆ ਕੇ ਫਿਰ ਬਿਆਨਬਾਜ਼ੀ ਦਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਇਆ ਜਾਵੇ। ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਦੇ ਨਾਲ ਮਿਲਿਆ ਹੋਇਆ, ਤ੍ਰਿਪਤਰਿੰਦਰ ਬਾਜਵਾ ਕਾਫੀ ਹਾਰਡ ਹਿਟਿੰਗ ਸਟੇਟਮੈਂਟ ਦਿੰਦੇ ਨੇ। ਤਾਂ ਇਹ ਕਿਸ ਦੀ ਸ਼ਹਿ ਦੇ ਉੱਤੇ ਹੋ ਰਿਹਾ? ਇਸ ਸਭ ਤੋਂ ਅੰਦਾਜ਼ਾ ਇਹੀ ਲਗਾਇਆ ਜਾ ਰਿਹਾ ਕਿ ਹਾਈ ਕਮਾਂਡ ਦੀ ਸ਼ਹਿ ਹੀ ਹੈ। ਹਾਈ ਕਮਾਂਡ ਦੇ ਕਹਿਣ ਦੇ ਉੱਤੇ ਹੀ ਇਹ ਸਭ ਕੁਝ ਕੀਤਾ ਜਾ ਰਿਹਾ। ਔਰ ਚਰਚਾ ਇਹ ਵੀ ਹੈਗੀ ਹੈ, ਖਬਰਾਂ ਇਹ ਵੀ ਹੈਗੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਾਈ ਕਮਾਂਡ ਨੂੰ ਥੋੜੀਆਂ ਅੱਖਾਂ ਤਾਂ ਦਿਖਾਈਆਂ ਨੇ। ਹਾਈ ਕਮਾਂਡ ਨੂੰ ਉਹਨਾਂ ਨੇ ਅੱਖਾਂ ਦਿਖਾਈਆਂ ਨੇ, ਤਾਂ ਹੀ ਹਾਈ ਕਮਾਂਡ ਦੇ ਵੱਲੋਂ ਇਹ ਐਕਸ਼ਨ ਜਿਹੜਾ ਹੈਗਾ ਉਹ ਲਿੱਤਾ ਜਾ ਰਿਹਾ। ਪਰ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਅਸੀਂ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਆਪ ਆਪਣੇ ਤੌਰ ਦੇ ਉੱਤੇ ਇੱਕ ਮੰਝੇ ਹੋਏ ਸਿਆਸਤਦਾਨ ਨੇ, ਇੱਕ ਸੀਜ਼ਨਡ ਪੋਲੀਟੀਸ਼ੀਅਨ ਨੇ, ਜਿਹੜੇ ਚੰਗੀ ਤਰੀਕੇ ਦੇ ਨਾਲ ਸਿਆਸਤ ਨੂੰ ਜਾਣਦੇ ਨੇ। ਔਰ ਇੱਕ ਤਰੀਕੇ ਦੇ ਨਾਲ ਇਹ ਵੀ ਮੰਨਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਾਇਲੈਂਟ ਪੋਲਿਟਿਕਸ ਕਰਦੇ ਹੈਗੇ ਨੇ। ਜਿਸ ਤਰੀਕੇ ਦੇ ਨਾਲ ਉਹ ਬਿਆਨਬਾਜ਼ੀਆਂ ਉਹਨਾਂ ਦੇ ਖਿਲਾਫ ਦਿੱਤੀਆਂ ਜਾਂਦੀਆਂ ਸੀਗੀਆਂ, ਜਿਸ ਤਰੀਕੇ ਨਾਲ ਉਹਨਾਂ ਦੇ ਖਿਲਾਫ ਵੱਖੋ-ਵੱਖ ਲੀਡਰ ਹੋਣ, ਐਮਐਲਏ ਹੋਣ, ਮੰਤਰੀ ਹੋਣ, ਬਿਆਨਬਾਜ਼ੀਆਂ ਦਿੰਦੇ ਸੀ, ਉਹਨਾਂ ਦਾ ਕੋਈ ਵੀ ਉਸ ਦੇ ਉੱਤੇ ਪ੍ਰਤੀਕਰਮ ਨਹੀਂ ਆਉਂਦਾ ਸੀਗਾ। ਸਾਇਲੈਂਟ ਪੋਲਿਟਿਕਸ ਕਰਦੇ ਸੀਗੇ, ਵੇਟ ਐਂਡ ਵਾਚ ਕਰਦੇ ਸੀਗੇ। ਤਾਂ ਕੀ ਕੱਲ ਇਹ ਪੁੱਠੀ ਬਾਜ਼ੀ ਜਿਹੜੀ ਹੈਗੀ ਆ ਉਹ ਵੀ ਪੈ ਸਕਦੀ ਹੈਗੀ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਖੜੇ ਹੁੰਦੇ ਨੇ ਕਿ ਜੇ ਕੱਲ ਉੱਥੇ ਪੁੱਛਿਆ ਜਾਂਦਾ ਹੈ ਕਿ ਹਾਂ ਬਈ ਤੁਹਾਨੂੰ ਇਹ ਲੀਡਰ ਮਨਜ਼ੂਰ ਹੈ, ਤੁਹਾਨੂੰ ਸੀਐਲਪੀ ਦਾ ਲੀਡਰ ਮਨਜ਼ੂਰ ਹੈ, ਤੁਸੀਂ ਮੁੱਖ ਮੰਤਰੀ ਨੂੰ ਆਪਣਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ, ਮੰਨਣਾ ਚਾਹੁੰਦੇ ਹੋ, ਤਾਂ ਕਿ ਜਿਹੜੇ ਕੈਪਟਨ ਦੇ ਬਾਗੀ ਨੇ ਉਹ ਕੈਪਟਨ ਦੇ ਸਾਹਮਣੇ ਜਾਂ ਕੈਪਟਨ ਦੇ ਉੱਥੇ ਮੌਜੂਦਗੀ ਦੇ ਵਿੱਚ ਉਹਨਾਂ ਦੇ ਨਾਲ ਖੜਨਗੇ ਜਾਂ ਫਿਰ ਉਹ ਪਲਟੀ ਮਾਰਨਗੇ? ਕਿਉਂਕਿ 30 ਵਿਧਾਇਕਾਂ ਨੇ ਜਦੋਂ ਮੀਟਿੰਗ ਕੀਤੀ ਸੀ ਉਹਨਾਂ ਦੇ ਵਿੱਚੋਂ ਵੀ 7 ਪਲਟੀ ਮਾਰ ਗਏ ਸੀ। ਰਾਜਾ ਵੜਿੰਗ ਉਹਨਾਂ ਦੇ ਵਿੱਚੋਂ ਇੱਕ ਸੀ ਜਿਹੜੇ ਕਦੀ ਸਿੱਧੂ ਦੇ ਨਾਲ ਖੜਿਆ ਕਰਦੇ ਸੀਗੇ। ਸਤਕਾਰ ਕੌਰ ਦੀ ਗੱਲ ਕਰ ਲੈਂਦੇ ਆ ਆਪਾਂ, ਕੋਟਲੀ ਉਹਨਾਂ ਦੀ ਗੱਲ ਕਰ ਲੈਂਦੇ ਤਾਂ ਬਹੁਤਿਆਂ ਦੇ ਵੀ ਲੂਪ ਹੋਲਸ ਜਿਹੜੇ ਨੇ ਉਹ ਕੈਪਟਨ ਦੇ ਪੁੱਲ ਹੈਗੇ ਨੇ। ਕੈਪਟਨ ਨੇ ਵੀ ਸਭ ਦੀਆਂ ਫਾਈਲਾਂ ਜਿਹੜੀਆਂ ਨੇ ਉਹ ਤਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ। ਇਹਨਾਂ 4.5 ਸਾਲਾਂ ਦੇ ਵਿੱਚ ਜਿਹੜੇ ਐਮਐਲਏ ਨੇ ਜੋ ਕੰਮ ਕੀਤਾ ਹੈਗਾ ਉਸ ਦਾ ਉਹਨੂੰ ਵੀ ਅੰਦਰੋਂ ਪਤਾ ਹੈ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਹੈ। ਤਾਂ ਕੀ ਕੱਲ ਬਾਗੀ ਧੜਾ ਜਿਹੜਾ ਹੈਗਾ ਉਹ ਹਾਵੀ ਹੁੰਦਾ ਹੋਇਆ ਨਜ਼ਰ ਆਊਗਾ ਜਾਂ ਫਿਰ ਬਾਗੀ ਧੜਾ ਜਿਹੜਾ ਹੈਗਾ ਉਹ ਕੈਪਟਨ ਦੇ ਅੱਗੇ ਮੱਠਾ ਪੈਂਦਾ ਹੋਇਆ ਨਜ਼ਰ ਆਊਗਾ? ਨਵਜੋਤ ਸਿੰਘ ਸਿੱਧੂ ਇਸ ਵੇਲੇ ਦੇਖਣ ਵਾਲੀ ਗੱਲ ਰਹੂਗੀ ਕਿ ਕੱਲ ਉਹਨਾਂ ਦੀ ਕਿਵੇਂ ਦੀ ਭੂਮਿਕਾ ਰਹਿੰਦੀ ਹੈਗੀ ਹੈ। ਤਾਂ ਬਹੁਤ ਆਪਾਂ ਕਹਿ ਸਕਦੇ ਹੈਗੇ ਇਸ ਵੇਲੇ ਅੱਧੀ ਰਾਤ ਨੂੰ ਇਹ ਮਿਡਨਾਈਟ ਐਕਸਪਲੋਜਨ ਜਿਹੜਾ ਹੈਗਾ ਉਹ ਕਾਂਗਰਸ ਦੇ ਵਿੱਚ ਹੋਇਆ। ਕਾਂਗਰਸੀਆਂ ਦੀਆਂ ਨੀਂਦਾਂ ਜਿਹੜੀਆਂ ਨੇ ਉਹ ਜ਼ਰੂਰ ਉੜਦੀਆਂ ਹੋਣਗੀਆਂ। ਇਹੀ ਇੱਕ ਨੁਕਤਾ ਜਿਹੜਾ ਸੀ ਉਹ ਦਿਮਾਗ 'ਚ ਆ ਰਿਹਾ ਸੀ ਕਿਉਂਕਿ ਇਸ ਵਾਰ ਬਿਲਕੁਲ ਵੀ ਸਮਾਂ ਜਿਹੜਾ ਨਹੀਂ ਦਿੱਤਾ ਜਾ ਰਿਹਾ, ਨਾ ਕੋਈ ਲੰਚ ਨਾ ਕੋਈ ਡਿਨਰ ਡਿਪਲੋਮੇਸੀ ਹੋ ਸਕੇਗੀ ਕਿਉਂਕਿ ਲਗਭਗ ਅੱਧੀ ਰਾਤ ਨੂੰ ਇਹ ਐਲਾਨ ਕਰ ਦਿੱਤਾ ਗਿਆ ਕਿ ਕੱਲ ਨੂੰ ਜਿਹੜੀ ਉਹ ਮੀਟਿੰਗ ਹੋਵੇਗੀ। ਸੋ ਸਿਰਫ ਕੁਝ ਘੰਟਿਆਂ ਦਾ ਸਮਾਂ ਅਸੀਂ ਕਹਿ ਸਕਦੇ ਹਾਂ ਉਹ ਦਿੱਤਾ ਗਿਆ ਬਸ। ਸੋ ਇਹਦੇ ਵਿੱਚ ਕੀ ਸੰਕੇਤ ਜਾਂਦੇ ਆ ਕਿ ਕਿਸੇ ਨੂੰ ਕੁਝ ਵੀ ਕਰਨ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਹੋ ਸਕਦਾ ਕਿ ਕੱਲ ਨੂੰ ਇਹ ਸਵਾਲ ਉੱਠ ਸਕਦਾ ਜੋ ਤੁਸੀਂ ਹੁਣੇ ਕਿਹਾ ਕਿ ਤੁਹਾਨੂੰ ਇਹ ਲੀਡਰ ਮਨਜ਼ੂਰ ਆ ਜਾਂ ਨਹੀਂ, ਔਰ ਲੀਡਰਾਂ ਨੂੰ ਆਪਣਾ ਸਮਰਥਨ ਇਕੱਠਾ ਕਰਨ ਲਈ ਵੀ ਸਮਾਂ ਨਹੀਂ ਦਿੱਤਾ ਗਿਆ। ਦੇਖੋ, ਜੇਕਰ ਅਸੀਂ ਲੀਡਰਾਂ ਦੀ ਗੱਲ ਕਰੀਏ ਤਾਂ ਮਨਦੀਪ ਜੀ ਲੀਡਰਾਂ ਦੇ ਵੱਲੋਂ ਤਾਂ ਅੰਦਰ ਖਾਤੇ ਮੀਟਿੰਗਾਂ ਲਗਾਤਾਰ ਜਾਰੀ ਨੇ। ਅੱਜ ਵੀ ਸਾਡੇ ਕੋਲ ਇਹ ਜਾਣਕਾਰੀ ਸੀਗੀ ਕਿ 15 ਲੀਡਰ ਮੰਤਰੀ ਜਿਹੜੇ ਹੈਗੇ ਨੇ, ਮਾਫ ਕਰਨਾ ਵਿਧਾਇਕ ਜਿਹੜੇ ਹੈਗੇ ਨੇ ਉਹ ਇਕੱਠੇ ਬੈਠਕ ਕਿਸੇ ਘਰ ਦੇ ਵਿੱਚ ਕਰ ਰਹੇ ਨੇ। 5-6 ਵਿਧਾਇਕ ਕਿਸੇ ਘਰ ਦੇ ਵਿੱਚ ਕਰ ਰਹੇ ਨੇ। ਕੁਝ ਵਿਧਾਇਕ ਅਜਿਹੇ ਸੀਗੇ ਜਿਹੜੇ ਬਾਹਰ ਗਏ ਹੋਏ ਸੀਗੇ, ਉਹ ਵੀ ਚੰਡੀਗੜ੍ਹ ਦੇ ਅੱਜ ਆਲੇ ਦੁਆਲੇ ਨਜ਼ਰ ਆ ਰਹੇ ਸੀਗੇ। ਤਾਂ ਇਹ ਚੀਜ਼ ਜ਼ਰੂਰ ਉਹਨਾਂ ਦੇ ਧਿਆਨ ਦੇ ਵਿੱਚ ਸੀਗੀ ਔਰ ਲਗਾਤਾਰ ਇਹਨਾਂ ਦੇ ਵੱਲੋਂ ਇਹ ਬੈਠਕਾਂ ਕੀਤੀਆਂ ਵੀ ਜਾ ਰਹੀਆਂ ਨੇ। ਅਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਹਾਂ ਤਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਲਗਾਤਾਰ ਬੈਠਕਾਂ ਚੱਲ ਰਹੀਆਂ ਨੇ। ਪ੍ਰਗਟ ਸਿੰਘ ਦੇ ਘਰੇ ਬੈਠਕਾਂ ਹੁੰਦੀਆਂ ਪਈਆਂ ਨੇ, ਸੁਖਜਿੰਦਰ ਰੰਧਾਵਾ ਦੇ ਘਰੇ ਬੈਠਕਾਂ ਹੋ ਰਹੀਆਂ ਨੇ, ਮਾਝਾ ਬ੍ਰਿਗੇਡ ਜਿਹੜੀ ਹੈਗੀ ਆ ਉਹ ਬੈਠਕਾਂ ਕਰਦੀ ਹੋਈ ਨਜ਼ਰ ਆ ਰਹੀ ਹੈ। ਤਾਂ ਜਿਹੜਾ ਇਹ 40 ਵਿਧਾਇਕਾਂ ਦਾ ਟੋਲਾ ਹੈਗਾ ਜਿਨ੍ਹਾਂ ਦੇ ਵੱਲੋਂ ਸੀਐਲਪੀ ਮੀਟਿੰਗ ਬੁਲਾਉਣ ਦੀ ਮੰਗ ਰੱਖੀ ਗਈ ਹੈਗੀ ਹੈ, ਉਹ ਤਾਂ ਲਗਾਤਾਰ ਜ਼ਰੂਰ ਸੰਪਰਕ ਦੇ ਵਿੱਚ ਹੋਊਗੀ ਕਿ ਕਿਵੇਂ ਆਪਾਂ ਅੱਗੇ ਦੀ ਕਾਰਵਾਈ ਕਰਨੀ ਹੈ। ਔਰ 40 ਦੇ ਨਾਲ ਹੀ ਕੰਮ ਨਹੀਂ ਬਣਨਾ, 40 ਦੇ ਨਾਲ ਨਾਲ ਆਪਾਂ ਨੂੰ ਹੋਰ ਵਿਧਾਇਕ ਲੈ ਕੇ ਚੱਲਣੇ ਪੈਣੇ। ਉਹਨਾਂ ਨੂੰ ਕਿਵੇਂ ਆਪਣੇ ਖੇਮੇ ਦੇ ਵਿੱਚ ਲੈ ਕੇ ਆਇਆ ਜਾਵੇ,
ਉਹਨਾਂ ਨੂੰ ਕਿਵੇਂ ਕੌਨਫੀਡੈਂਸ ਦੇ ਵਿੱਚ ਲੈ ਕੇ ਆਇਆ ਜਾਵੇ, ਇਸ ਦੇ ਉੱਤੇ ਜਿਹੜੀ ਸੀਗੀ ਉਹ ਕਿਤੇ ਨਾ ਕਿਤੇ ਜ਼ਰੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ। ਇਸ ਦੇ ਉੱਤੇ ਜ਼ਰੂਰ ਰਣਨੀਤੀ ਜਿਹੜੀ ਸੀਗੀ ਉਹ ਤਿਆਰ ਕੀਤੀ ਜਾ ਰਹੀ ਸੀਗੀ। ਹਾਲਾਂਕਿ ਇਹ ਚਰਚਾ ਸੀਗੀ ਕਿ ਹੋ ਸਕਦਾ ਹੈ ਵੱਡਾ ਧਮਾਕਾ ਹੋ ਸਕਦਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ, ਕਿਉਂਕਿ ਗੱਲ ਕਰੀਏ ਅਕਾਲੀ ਦਲ ਦੀ ਤਾਂ ਅਕਾਲੀ ਦਲ ਦੇ ਵਿੱਚ ਇਹੋ ਜਿਹਾ ਕੋਈ ਪਟਾਕਾ ਪੈਣ ਵਾਲੀ ਸਥਿਤੀ ਨਹੀਂ ਹੈਗੀ। ਵੱਜਦੀਆਂ ਦੋ ਪਾਰਟੀਆਂ ਹੈਗੀਆਂ ਨੇ, ਕਾਂਗਰਸ ਤੇ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਨਾਰਾਜ਼ ਚੱਲ ਰਹੇ ਨੇ, ਉਹ ਕੋਈ ਵੱਡਾ ਐਕਸ਼ਨ ਲੈ ਸਕਦੇ ਨੇ, ਜਾਂ ਫਿਰ ਕਾਂਗਰਸ ਦੇ ਵਿੱਚ ਕੋਈ ਵੱਡਾ ਐਕਸ਼ਨ ਲਿੱਤਾ ਜਾ ਸਕਦਾ ਹੈ। ਤਾਂ ਇਹ ਪੰਜਾਬ ਦੀ ਸਿਆਸਤ ਦੇ ਨਾਲ ਸੰਬੰਧਿਤ ਚੀਜ਼ਾਂ ਜਿਹੜੀਆਂ ਸੀਗੀਆਂ ਇੱਕ ਦੋ ਦਿਨਾਂ ਤੋਂ ਜ਼ਰੂਰ ਚੱਲ ਰਹੀਆਂ ਸੀ। ਲੋਕ ਵੀ ਸਵਾਲ ਪੁੱਛ ਰਹੇ ਸੀਗੇ, ਜਿਹੜੇ ਕੁਝ ਸਿਆਸਤਦਾਨ ਨੇ ਜਿਹੜੇ ਚੰਗੀ ਤਰੀਕੇ ਨਾਲ ਸਿਆਸਤ ਨੂੰ ਸਮਝਦੇ, ਉਹ ਵੀ ਇਸ ਗੱਲ ਦੇ ਉੱਤੇ ਹਾਮੀ ਭਰ ਰਹੇ ਸੀਗੇ ਕਿ ਹਾਂ ਆਸਾਰ ਲੱਗਦੇ ਨੇ ਕਿ ਕੁਛ ਨਾ ਕੁਛ ਜਿਹੜਾ ਹੈਗਾ ਉਹ ਜ਼ਰੂਰ ਹੋ ਸਕਦਾ ਹੈ। ਕਾਂਗਰਸ ਦੇ ਵਿੱਚ ਵੀ ਵੱਡਾ ਧਮਾਕਾ ਹੋ ਸਕਦਾ, ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਨਾਲ ਜਦੋਂ ਗੱਲ ਹੁੰਦੀ ਹੈ ਤਾਂ ਉਹ ਵੀ ਕਹਿੰਦੇ ਸੀ ਕਿ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੁਛ ਨਾ ਕੁਛ ਹੋ ਸਕਦਾ ਹੈ। ਪਰ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਇਹ ਵੱਡਾ ਧਮਾਕਾ ਮਿਡਨਾਈਟ ਐਕਸਪਲੋਜਨ ਜਿਹੜਾ ਹੈਗਾ ਉਹ ਮਨਦੀਪ ਜੀ ਰਾਤ ਨੂੰ ਹੋਇਆ, ਜਦੋਂ ਹਰੀਸ਼ ਰਾਵਤ ਦਾ ਟਵੀਟ ਆਉਂਦਾ ਕਿ ਭਾਈ ਸਵੇਰੇ ਕੱਲ 5 ਵਜੇ ਜਿਹੜੀ ਹੈਗੀ ਆ ਉਹ ਸੀਆਰਪੀ ਦੀ ਮੀਟਿੰਗ ਬੁਲਾਈ ਜਾ ਰਹੀ ਹੈ, ਸਾਰੇ ਐਮਐਲਏ ਉੱਥੇ ਪਹੁੰਚੋ ਔਰ ਉੱਥੇ ਪਹੁੰਚ ਕੇ ਜੋ ਉਹਨਾਂ ਦੀ ਗਿਲੇ ਸ਼ਿਕਵੇ ਨੇ, ਜੋ ਉਹਨਾਂ ਦੇ ਮਨਾਂ ਦੇ ਵਿੱਚ ਗੱਲਾਂ ਨੇ, ਉਹ ਸੀਆਰਪੀ ਦੀ ਮੀਟਿੰਗ ਦੇ ਵਿੱਚ ਸਾਂਝੀਆਂ ਕਰਨ। ਜੀ ਗਗਨ, ਇਸ ਦੇ ਨਾਲ ਕੁਝ ਹੋਰ ਵੀ ਜਾਣਕਾਰੀ ਹੈ ਕਿ ਕਿਸ ਤਰੀਕੇ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਮੀਟਿੰਗ ਨੂੰ ਲੈ ਕੇ, ਤੇ ਅੰਦਰ ਹੋਰ ਕੁਝ ਕੀ ਵੱਖਰਾ ਹੋ ਸਕਦਾ? ਬਿਲਕੁਲ ਮਨਦੀਪ ਜੀ, ਜੋ ਸੋਰਸ ਜਾਣਕਾਰੀ ਦੇ ਰਹੇ ਨੇ ਉਹੀ ਜਾਣਕਾਰੀ ਹੈਗੀ ਹੈ ਕਿ ਇੱਕ ਤਾਂ ਜਿਹੜੀ ਟਾਈਮਿੰਗ ਹੈਗੀ ਹੈ ਕਿ ਇੰਨੀ ਰਾਤ ਨੂੰ ਇਹ ਸੁਨੇਹਾ ਆਉਣਾ, ਹਰੀਸ਼ ਰਾਵਤ ਦਾ ਟਵੀਟ ਆਉਣਾ, ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ, ਕਿ ਕੱਲ ਸੀਐਲਪੀ ਦੀ ਬੈਠਕ ਹੈਗੀ ਹੈ, ਉਹ ਇਸ ਕਰਕੇ ਕਹਿੰਦੇ ਕੀਤੀ ਗਈ ਹੈ ਤਾਂ ਕਿ ਜਿਹੜਾ ਕੈਪਟਨ ਕੈਂਪ ਹੈਗਾ, ਕੈਪਟਨ ਧੜਾ ਹੈਗਾ, ਉਸ ਨੂੰ ਰਿਐਕਟ ਕਰਨ ਦਾ ਜ਼ਿਆਦਾ ਟਾਈਮ ਨਾ ਮਿਲੇ, ਉਸਦੇ ਕੋਲ ਜ਼ਿਆਦਾ ਸਮਾਂ ਨਾ ਹੋਵੇ, ਕਿਉਂਕਿ ਆਦੇਸ਼ ਹੁਣ ਰਾਤ ਨੂੰ ਆ ਗਏ ਨੇ, ਕੱਲ ਦੀ ਮੀਟਿੰਗ ਬੁਲਾ ਦਿੱਤੀ ਗਈ ਹੈ, ਤਾਂ ਹੁਣ ਕੋਈ ਰਿਐਕਟ ਕਰਨ ਦਾ ਟਾਈਮ ਨਹੀਂ ਹੋਊਗਾ। ਕਿਉਂਕਿ ਜੇ ਇਹੀ ਮੀਟਿੰਗ 2-3 ਦਿਨ ਪਹਿਲਾਂ ਦੇ ਸੁਨੇਹੇ ਦੇ ਨਾਲ ਆਉਂਦੀ ਤਾਂ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਇਸ ਦੇ ਉੱਤੇ ਰਿਐਕਟ ਕਰ ਸਕਦੇ ਸੀਗੇ, ਇਸ ਨੂੰ ਟਾਲ ਸਕਦੇ ਸੀਗੇ, ਇਸ ਨੂੰ ਪੋਸਟਪੋਨ ਕਰਵਾ ਸਕਦੇ ਸੀ, ਕੋਈ ਨਾ ਕੋਈ ਐਕਸ਼ਨ ਲੈ ਸਕਦੇ ਸੀ। ਤਾਂ ਕੈਪਟਨ ਧੜਾ ਜਿਹੜਾ ਹੈਗਾ, ਕੈਪਟਨ ਕੈਂਪ ਜਿਹੜਾ ਹੈਗਾ, ਉਹ ਕਿਸੇ ਤਰੀਕੇ ਦਾ ਕੋਈ ਇਸ ਦੇ ਉੱਤੇ ਰਿਐਕਸ਼ਨ ਨਾ ਦੇ ਪਾਵੇ, ਤਾਂ ਦੱਸਿਆ ਇਹ ਜਾ ਰਿਹਾ ਸੋਰਸਿਸ ਤੋਂ, ਤਾਂ ਹੀ ਕਰਕੇ ਇਸ ਦਾ ਸਮਾਂ ਜਿਹੜਾ ਹੈਗਾ ਉਹ ਰਾਤ ਦਾ ਚੁਣਿਆ ਗਿਆ ਸੀ, ਤਾਂ ਕਿ ਸਿੱਧਾ ਸਵੇਰੇ ਐਕਸ਼ਨ ਜਿਹੜਾ ਹੈਗਾ ਉਹ ਪੰਜਾਬ ਕਾਂਗਰਸ ਭਵਨ ਦੇ ਵਿੱਚ ਹੁੰਦਾ ਹੋਇਆ ਨਜ਼ਰ ਆਵੇ। ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕੱਲ ਜਦੋਂ ਵਿਧਾਇਕ ਉੱਥੇ ਪਹੁੰਚਣਗੇ, ਉਹਨਾਂ ਦੇ ਨਾਲ ਜਦੋਂ ਸਲਾਹ ਮਸ਼ਵਰਾ ਹੋਊਗਾ, ਗੱਲਬਾਤ ਹੋਊਗੀ ਸਾਰੀ, ਤਾਂ ਸਾਈਨ ਜਿਹੜੇ ਨੇ ਉਹ ਕਰਵਾਏ ਜਾ ਸਕਦੇ ਨੇ, ਇੱਕ ਲੈਟਰ ਦੇ ਉੱਤੇ ਸਾਈਨ ਕਰਵਾਏ ਜਾ ਸਕਦੇ ਨੇ, ਤਾਂ ਕਿ ਹਾਈ ਕਮਾਂਡ ਨੂੰ ਉਹ ਭੇਜੇ ਜਾਣ, ਉਸ ਦੇ ਉੱਤੇ ਹਾਈ ਕਮਾਂਡ ਨੈਕਸਟ ਕੋਰਸ ਆਫ ਐਕਸ਼ਨ ਕੀ ਲੈਂਦੀ ਹੈਗੀ ਹੈ ਉਹ ਕੀਤਾ ਜਾਵੇ। ਤਾਂ ਇਸ ਦੇ ਵਾਸਤੇ ਜਿਹੜਾ ਹੈਗਾ ਉਹ ਤਾਂ ਹੀ ਕੈਪਟਨ ਕੈਂਪ ਨੂੰ ਸਮਾਂ ਜਿਹੜਾ ਹੈਗਾ ਉਹ ਘੱਟ ਦਿੱਤਾ ਗਿਆ, ਤਾਂ ਕਿ ਕੈਪਟਨ ਕੈਂਪ ਜਿਹੜਾ ਹੈ ਉਸ ਦੇ ਉੱਤੇ ਕੋਈ ਵੀ ਕਿਸੇ ਦਾ ਤਰੀਕੇ ਦਾ ਜਿਹੜਾ ਹੈਗਾ ਉਹ ਰਿਐਕਸ਼ਨ ਨਾ ਲਿੱਤਾ ਜਾਵੇ। ਬਾਕੀ 18 ਪੁਆਇੰਟ ਏਜੰਡੇ ਦੇ ਉੱਤੇ ਤਾਂ ਜਿਹੜੀ ਹੈਗੀ ਉਹ ਚਰਚਾ ਕੱਲ ਹੋਣੀ ਹੈਗੀ ਹੈ, ਔਰ ਇਹਨਾਂ 18 ਪੁਆਇੰਟ ਏਜੰਡੇ ਦੇ ਵਿੱਚ ਸਭ ਤੋਂ ਮੇਨ ਜਿਹੜੇ ਏਜੰਡੇ ਰਹਿਣ ਵਾਲੇ ਨੇ ਉਹ ਕਿਹੜੇ ਨੇ? ਉਹ ਉਹੀ ਨੇ ਜਿਸ ਦੇ ਉੱਤੇ ਮਾਝਾ ਬ੍ਰਿਗੇਡ, ਜਿਸ ਦੇ ਉੱਤੇ ਨਵਜੋਤ ਸਿੰਘ ਸਿੱਧੂ ਸਮੇਂ ਦੇ ਉੱਤੇ ਸਵਾਲ ਚੁੱਕਦੇ ਹੋਏ ਨਜ਼ਰ ਆਉਂਦੇ ਨੇ। ਸਭ ਤੋਂ ਵੱਡਾ ਮੁੱਦਾ ਤਾਂ ਨਸ਼ੇ ਦਾ, ਬੇਅਦਬੀ ਦਾ, ਬਿਜਲੀ ਸਮਝੌਤੇ ਰੱਦ ਕਰਨ ਦਾ, ਰੋਜ਼ਗਾਰ ਦਾ, ਤਾਂ ਇਹਨਾਂ ਮੁੱਦਿਆਂ ਔਰ 5 ਜਿਹੜੇ ਏਜੰਡੇ ਨਵਜੋਤ ਸਿੰਘ ਸਿੱਧੂ ਨੇ ਜਲਦ ਤੋਂ ਜਲਦ ਹੱਲ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਜਿਹੜੀ ਮੀਟਿੰਗ ਕੀਤੀ ਸੀਗੀ, ਤਾਂ ਉਹਨਾਂ ਦੇ ਉੱਤੇ ਕੱਲ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਜਾ ਸਕਦਾ ਹੈਗਾ, ਉਸ ਦੇ ਉੱਤੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਸਕਦੇ ਨੇ, ਕਿਉਂਕਿ ਟਸਲ ਜਿਹੜੀ ਹੈਗੀ ਆ ਉਹ ਪਿੱਛੇ ਚੱਲ ਰਹੀ ਹੈ। ਅੱਗੇ ਦੀ ਤਸਵੀਰ ਜੇਕਰ ਅਸੀਂ ਕਹਿੰਦੇ ਹਾਂ ਕਾਂਗਰਸ ਦੀ, ਜਾਂ ਕਾਂਗਰਸ ਦੇ ਵਿਧਾਇਕ ਕਹਿੰਦੇ ਨੇ ਕਿ ਸਭ ਕੁਝ ਕਾਂਗਰਸ ਦੇ ਵਿੱਚ ਆਲ ਇਜ਼ ਵੈਲ ਹੈਗਾ। ਰਾਜਕੁਮਾਰ ਵੇਰਕਾ ਕੱਲ ਪਰਸੋਂ ਟੀਵੀ ਪੰਜਾਬ ਦੇ ਉੱਤੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹੀ ਕਹਿ ਰਹੇ ਸੀਗੇ ਕਿ ਕਹਿੰਦੇ 2-3 ਮਹੀਨੇ ਪੁਰਾਣੀਆਂ ਗੱਲਾਂ ਨੇ, ਹੁਣ ਸਭ ਕੁਝ ਠੀਕ ਹੋ ਗਿਆ ਹੈਗਾ, ਪਰ ਅਜੇ ਵੀ ਸਭ ਕੁਝ ਠੀਕ ਨਹੀਂ ਹੋਇਆ। ਅੱਜ ਇਹ ਜੋ ਰਾਤ ਦਾ ਧਮਾਕਾ ਹੋਇਆ, ਇਸਨੇ ਨੀਂਦ ਜਿਹੜੀ ਆ ਉਹ ਜ਼ਰੂਰ ਕਈ ਕਾਂਗਰਸੀ ਲੀਡਰਾਂ ਦੀ ਉਡਾ ਦਿੱਤੀ ਹੋਊਗੀ ਕਿ ਕਿਹੜੇ ਹੁਣ ਧੜੇ ਦੇ ਵਿੱਚ ਜਾ ਕੇ ਖੜਾ ਹੋਣਾ ਪੈਣਾ, ਕਿਹੜੇ ਧੜੇ ਦੇ ਨਾਲ ਉਹਨਾਂ ਨੂੰ ਖੜਨ ਦੀ ਲੋੜ ਹੈਗੀ ਹੈ, ਕਿਹੜੇ ਧੜੇ ਦੇ ਵਿੱਚ ਉਹ ਕੱਲ ਨਜ਼ਰ ਆਉਣਗੇ। ਤਾਂ ਇਹ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਇਸ ਵੇਲੇ ਸਵਾਲ ਜਿਹੜਾ ਹੈ ਕਾਂਗਰਸ ਦੇ ਵਿੱਚ ਖੜਾ ਹੁੰਦਾ ਹੋਇਆ ਮਨਦੀਪ ਜੀ ਨਜ਼ਰ ਆ ਰਿਹਾ। ਜੀ ਬਿਲਕੁਲ, ਔਰ ਇਸ ਵਕਤ ਜਿਹੜਾ ਵੱਡਾ ਜਿਹੜੀ ਖਬਰ ਆ ਰਹੀ ਹੈ ਕਾਂਗਰਸ ਦੇ ਖੇਮੇ ਵਿੱਚੋਂ ਇਹੀ ਹੈ ਕਿ ਵਿਧਾਇਕ ਦਲ ਦੀ ਮੀਟਿੰਗ ਸੱਦੀ ਗਈ ਆ, ਔਰ ਇੱਕ ਮੰਨਿਆ ਜਾ ਰਿਹਾ ਕਿ ਕੁਝ ਵੀ ਇਹਦੇ ਵਿੱਚ ਹੋ ਸਕਦਾ ਹੈ। ਸੋ ਅੱਧੀ ਰਾਤ ਵਾਲੀ ਇਹ ਖਬਰ ਜਿਹੜੀ ਆ। ਸੋ ਗਗਨ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਲਈ ਤੇ ਖਬਰ ਸਾਂਝੀ ਕਰਨ ਲਈ। ਜੀ ਧੰਨਵਾਦ ਮਨਦੀਪ ਜੀ। ਸੋ ਇਹ ਸਨ ਗਗਨਦੀਪ ਸਿੰਘ ਹੁਣੀ, ਜਿਨ੍ਹਾਂ ਨੇ ਇਸ ਵਕਤ ਵੱਡੀ ਖਬਰ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਵਿਧਾਇਕ ਦਲ ਦੀ ਮੀਟਿੰਗ ਜਿਹੜੀ ਸੱਦੀ ਗਈ ਆ ਔਰ ਇਸ ਦੇ ਵਿੱਚ ਵੱਡਾ ਧਮਾਕਾ ਵੀ ਹੋ ਸਕਦਾ ਆ। ਸੋ ਹੋਰ ਜਿਹੜੀਆਂ ਅਪਡੇਟਸ ਹੋਣਗੀਆਂ ਇਸ ਸੰਬੰਧੀ ਅਸੀਂ ਟੀਵੀ ਪੰਜਾਬ ਤੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।